ਸ਼ੁੱਕਰਵਾਰ ਵਾਲੇ ਦਿਨ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਦਾ ਜੋ ਪਾਵਨ ਸ਼ਬਦ ਆਪਾਂ ਸਮਝਣਾ ਹੈ, ਸ਼ਬਦ ਨੰਬਰ 43 ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 902 ਤੇ ਦਰਜ ਹੈ, ਜਿਸ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ, ਪ੍ਰਾਨੀ ਨਾਰਾਇਣ ਸੁਧ ਲੇਹਿ, ਛਿਨ ਛਿਨ ਔਦ ਘਟੈ ਨਿਸ ਬਾਸੁਰ, ਬ੍ਰਿਥਾ ਜਾਤ ਹੈ ਦੇਹ। ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਫਰਮਾਉਂਦੇ ਨੇ ਕਿ ਐ ਪ੍ਰਾਨੀ, ਐ ਜੀਵਧਾਰੀ ਮਨੁੱਖ, ਨਾਰਾਇਣ ਸੁਧ ਲੈ। ਨਾਰਾਇਣ ਪਰਮਾਤਮਾ ਨੂੰ ਆਖਦੇ ਨੇ, ਜਿਸ ਦਾ ਆਖਰੀ ਅਰਥ ਹੁੰਦਾ ਹੈ ਨਰ ਜਮਾ ਆਇਨ। ਨਰਾਂ ਦੇ ਯਾਨੀ ਸਭ ਜੀਵਾਂ ਦੇ ਅੰਦਰ ਜਿਸ ਦਾ ਨਿਵਾਸ ਹੈ, ਜਿਸ ਦਾ ਘਰ ਹਨ ਸਾਰੇ ਸਰੀਰ, ਸਭ ਜੀਵ ਜੰਤੂ ਉਸ ਪਰਮਾਤਮਾ ਦਾ ਘਰ ਹਨ। ਇੱਕ ਇਸ ਦਾ ਅਰਥ ਹੁੰਦਾ ਹੈ ਨਰ ਆਇਨ, ਜਿਹਦਾ ਪਾਣੀ ਵਿੱਚ ਵੀ ਘਰ ਹੈ। ਭਾਵ ਜਿਹੜੇ ਪਾਣੀ ਵਿੱਚ, ਜਲ ਵਿੱਚ, ਥਲ ਤੇ ਜਿੰਨੇ ਜੀ ਜੰਤੂ ਨੇ, ਸਾਰਿਆਂ ਦੇ ਅੰਦਰ ਵਸਣ ਵਾਲਾ ਉਸ ਨੂੰ ਨਾਰਾਇਣ ਆਖਦੇ ਨੇ। ਅਸੀਂ ਉਸ ਦੀ ਸੁੱਧ ਲੈਣੀ ਹੈ। ਸੁੱਧ ਦਾ ਮਤਲਬ ਇੱਕ ਹੁੰਦਾ ਖਬਰ ਲੈਣਾ। ਗੁਰੂ ਜੀ ਨੇ ਇੱਥੇ ਸਾਨੂੰ ਵਾਹਿਗੁਰੂ ਜੀ ਦੀ ਨਾਰਾਇਣ ਦੀ ਖਬਰ ਲੈਣ ਲਈ ਨਹੀਂ ਆਖਿਆ, ਸਗੋਂ ਇਹ ਬਚਨ ਆਖੇ ਨੇ ਕਿ ਉਸ ਪਰਮਾਤਮਾ ਨੂੰ ਯਾਦ ਕਰੋ, ਉਸ ਨੂੰ ਆਪਣੇ ਸਿਮਰਤੀ ਵਿੱਚ ਲਿਆਓ। ਤੁਸੀਂ ਬਹੁਤ ਲੰਮੇ ਅਰਸੇ ਤੋਂ ਉਸ ਪਰਮਾਤਮਾ ਨੂੰ ਭੁੱਲ ਚੁੱਕੇ ਹੋ। ਆਪਾਂ ਜੇ ਸਾਰੇ ਜਣੇ ਆਪਣੇ ਆਪਣੇ ਅੰਦਰ ਥੋੜ੍ਹਾ ਜਿਹਾ ਥਰਮੇ ਨਾਲ ਝਾਤੀ ਮਾਰ ਕੇ ਵੇਖੀਏ ਤੇ ਆਪਾਂ ਪਾਵਾਂਗੇ ਕਿ ਸੱਚਮੁੱਚ ਹੀ ਸਾਨੂੰ ਪਰਮਾਤਮਾ ਭੁੱਲਿਆ ਹੋਇਆ ਹੈ। ਗੁਰਦੁਆਰੇ ਆ ਜਾਣਾ, ਮੱਥਾ ਟੇਕ ਲੈਣਾ, ਸੇਵਾ ਥੋੜ੍ਹੀ ਬਹੁਤ ਕਰ ਲੈਣੀ, ਕੀਰਤਨ ਕਥਾ ਕਰ ਲੈਣਾ, ਸੁਣ ਲੈਣਾ, ਇਹ ਸਾਰੀਆਂ ਚੀਜ਼ਾਂ ਬਹੁਤ ਚੰਗੀਆਂ ਨੇ, ਮਾੜੀਆਂ ਨਹੀਂ। ਲੇਕਿਨ ਜੇ ਕੋਈ ਆਖੇ ਕਿ ਮੈਨੂੰ ਇਹਦੇ ਕਰਕੇ ਰੱਬ ਯਾਦ ਏ, ਕਿ ਜਿੰਨਾ ਕਿ ਮੈਂ ਇਹ ਸੇਵਾ ਸਿਮਰਨ ਕਰ ਲੈਣਾ ਤੇ ਰੱਬ ਮੈਨੂੰ ਯਾਦ ਏ, ਇਹ ਗੱਲ ਬਿਲਕੁਲ ਗਲਤ ਏ। ਰੱਬ ਦਾ ਯਾਦ ਹੋਣਾ ਬਿਲਕੁਲ ਇੱਕ ਵੱਖਰੀ ਚੀਜ਼ ਏ। ਇਹ ਬਾਕੀ ਸਾਰੇ ਜਿਹੜੇ ਅਸੀਂ ਧਾਰਮਿਕ ਕਰਮ ਕਰਦੇ ਹਾਂ, ਇਹ ਬਿਲਕੁਲ ਵੱਖਰੀ ਚੀਜ਼ ਏ। ਪਰਮਾਤਮਾ ਸਾਡੇ ਚਿੰਤਨ ਵਿੱਚ ਆ ਜਾਏ, ਸਾਡੀ ਸਿਮਰਤੀ ਵਿੱਚ ਆ ਜਾਏ, ਤੇ ਫਿਰ ਕਦੇ ਸਾਨੂੰ ਉਹ ਭੁੱਲੇ ਨਾ, ਉਹਦੀ ਯਾਦ ਹਮੇਸ਼ਾ ਹਮੇਸ਼ਾ ਲਈ ਬਣੀ ਰਹੇ। ਉਸ ਨੂੰ ਆਖਦੇ ਨੇ ਸੁੱਧ ਲੈਣਾ। ਸੁੱਧ ਕਿਉਂ ਲੈਣੀ ਹੈ? ਛਿਨ ਛਿਨ ਔਦ ਘਟੈ ਨਿਸ ਬਾਸੁਰ। ਇੱਕ ਇੱਕ ਸੈਕਿੰਡ ਕਰਕੇ ਨਿਤਾ ਪ੍ਰਤੀ, ਰਾਤ ਦਿਨੇ ਤੇਰੀ ਉਮਰ ਘਟਦੀ ਜਾ ਰਹੀ ਹੈ। ਬ੍ਰਿਥਾ ਜਾਤ ਹੈ ਦੇ। ਇਹ ਜਿਹੜਾ ਤੈਨੂੰ ਮਨੁੱਖਾ ਜੀਵਨ ਦਾ ਸਮਾਂ ਮਿਲਿਆ, ਇਹ ਸਰੀਰ ਮਿਲਿਆ, ਇਹ ਵਿਅਰਥ ਸਮਾਂ ਬੀਤਦਾ ਜਾ ਰਿਹਾ, ਗੁਜ਼ਰਦਾ ਜਾ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਜਿਸ ਕੰਮ ਲਈ ਸਾਨੂੰ ਸਰੀਰ ਮਿਲਿਆ ਸੀ, ਅਸੀਂ ਉਹ ਕੰਮ ਨਹੀਂ ਕਰ ਰਹੇ। ਸਾਨੂੰ ਗੁਰੂ ਮਹਾਰਾਜ ਨੇ, ਜਦੋਂ ਆਪਾਂ ਰਹਿ ਰਾਸ ਦੀ ਬਾਣੀ ਪੜ੍ਹਦੇ ਹਾਂ, ਤੇ ਇਹ ਗੱਲ ਬੜੀ ਸਾਫ਼ ਲਫ਼ਜ਼ਾਂ ਵਿੱਚ ਸਮਝਾਈ ਹੋਈ ਏ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਤੇਰੇ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਹੋਰ ਕੋਈ ਨਹੀਂ, ਇੱਕੋ ਹੀ ਮਨੋਰਥ ਹੈ, ਗੋਬਿੰਦ ਮਿਲਨ ਦੀ ਵਾਰੀ ਹੈ ਤੇਰੀ, ਇਹ ਮਨੁੱਖਾ ਜੀਵਨ। ਬਾਕੀ ਜਿੰਨੇ ਆਪਾਂ ਕੰਮ ਕਰਦੇ ਹਾਂ, ਚਾਹੇ ਧਾਰਮਿਕ ਤੌਰ 'ਤੇ ਕਰੀਏ, ਸਮਾਜਿਕ ਤੌਰ 'ਤੇ, ਪਰਿਵਾਰਿਕ ਤੌਰ 'ਤੇ, ਇਹਦਾ ਸੰਬੰਧ ਪਰਮਾਤਮਾ ਨਾਲ ਮਿਲਣ ਦੇ ਨਾਲ ਬਿਲਕੁਲ ਕੋਈ ਵੀ ਨਹੀਂ। ਜਿਹੜੀ ਅਸੀਂ ਕਿਰਤ ਕਰਦੇ ਹਾਂ, ਸਾਡੀ ਉਪਜੀਵਕਾ ਹੈ।
ਅਸੀਂ ਸਮਾਜ ਨਾਲ ਆਪਣੇ ਸੰਬੰਧ ਜੋੜ ਕੇ ਰੱਖਦੇ ਹਾਂ, ਕਿਉਂਕਿ ਅਸੀਂ ਸਮਾਜਿਕ ਪ੍ਰਾਣੀ ਹਾਂ। ਸਾਨੂੰ ਇੱਕ ਦੂਜੇ ਦੇ ਪ੍ਰਤੀ ਜ਼ਰੂਰਤਾਂ ਰਹਿੰਦੀਆਂ ਨੇ। ਅਸੀਂ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ। ਇਹ ਸਾਰੀਆਂ ਚੀਜ਼ਾਂ ਦਾ ਸੰਬੰਧ ਪਰਮਾਤਮਾ ਨਾਲ ਨਹੀਂ ਹੈ। ਇਹ ਸਾਡਾ ਸਮਾਜਿਕ ਤਾਣਾ ਬਾਣਾ, ਸਾਡਾ ਆਰਥਿਕ ਤਾਣਾ ਬਾਣਾ ਬਿਲਕੁਲ ਵੱਖਰਾ ਹੈ। ਲੇਕਿਨ ਜੋ ਸਾਡੇ ਜੀਵਨ ਦਾ ਮਨੋਰਥ ਹੈ ਉਹ ਹੈ ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਤੇ ਗੁਰੂ ਜੀ ਆਖਦੇ ਨੇ, ਜੇ ਤੂੰ ਪਰਮੇਸ਼ਵਰ ਦੀ ਸੁੱਧ ਨਹੀਂ ਲੈਂਦਾ, ਉਹਦੇ ਨਾਮ ਦਾ ਤੂੰ ਸਿਮਰਨ ਨਹੀਂ ਕਰਦਾ, ਤੇ ਫਿਰ ਇਹ ਤੇਰਾ ਮਨੁੱਖਾ ਜੀਵਨ ਦਾ ਜਿਹੜਾ ਸਮਾਂ ਹੈ ਇਹ ਵਿਅਰਥ ਜਾ ਰਿਹਾ ਹੈ। ਇਹ ਤੇਰਾ ਸਰੀਰ ਹੀ ਵਿਅਰਥ ਜਾ ਰਿਹਾ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਇਹ ਬਚਨ ਸਮਝਾਏ ਨੇ, ਜੇਹ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾ ਕੀ ਭਗਤ ਕਰੇ। ਐ ਮਨੁੱਖ, ਜਿਸ ਪਰਮਾਤਮਾ ਦੀ ਕਿਰਪਾ ਦੁਆਰਾ ਤੈਨੂੰ ਇਹ ਦੁਰਲਭ ਦੇਈ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ, ਤੂੰ ਉਸ ਪਰਮਾਤਮਾ ਦੀ ਭਗਤੀ ਕਰਿਆ ਕਰ, ਉਹਦੇ ਨਾਮ ਦਾ ਸਿਮਰਨ ਕਰਿਆ ਕਰ। ਤੇ ਸਿਮਰਨ ਆਪਾਂ ਸਮਝ ਲਿਆ, ਜ਼ਰੂਰੀ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਬੋਲ ਕੇ ਸਿਮਰਨ ਹੁੰਦਾ ਹੈ, ਜਾਂ ਕੋਈ ਸ਼ਬਦ ਗੁਣ ਗਨਾਉਂਦੇ ਰਹੀਏ ਤਾਂ ਸਿਮਰਨ ਹੁੰਦਾ ਹੈ। ਸਿਮਰਨ ਦਾ ਮਤਲਬ ਹੁੰਦਾ ਹੈ ਯਾਦ ਬਣੀ ਰਹਿਣਾ, ਚੇਤਾ ਬਣਿਆ ਰਹਿਣਾ। ਜਿਵੇਂ ਆਪਣਾ ਕੋਈ ਅਤੀ ਪਿਆਰਾ ਜੀਵ ਆਪਣੇ ਨਾਲੋਂ ਕਿਤੇ ਦੂਰ ਚਲਾ ਗਿਆ ਹੋਵੇ, ਵਿਛੜ ਗਿਆ ਹੋਵੇ, ਆਪਾਂ ਉਸ ਨੂੰ ਹਰ ਵਕਤ ਯਾਦ ਕਰਦੇ ਹਾਂ, ਲੇਕਿਨ ਉਹਦੇ ਕੋਈ ਨਾਮ ਦਾ ਆਪਾਂ ਰਟਨ ਨਹੀਂ ਕਰ ਰਹੇ ਹੁੰਦੇ, ਕੋਈ ਬਾਰ-ਬਾਰ ਉਹਦਾ ਨਾਮ ਨਹੀਂ ਦੁਹਰਾ ਰਹੇ ਹੁੰਦੇ। ਉਹ ਸਾਡੀ ਸਿਮਰਤੀ ਵਿੱਚ ਐਸਾ ਟਿਕ ਗਿਆ ਹੁੰਦਾ ਹੈ, ਉਹਦੀ ਯਾਦ ਐਸੀ ਟਿਕ ਗਈ ਹੁੰਦੀ ਹੈ, ਕੰਮ ਧੰਦਾ ਕਰਦਿਆਂ ਵੀ ਉਹ ਨਹੀਂ ਭੁੱਲਦਾ, ਰੋਟੀ ਪਾਣੀ ਖਾਂਦਿਆਂ ਵੀ ਨਹੀਂ ਭੁੱਲਦਾ, ਈਵਨ ਸੁੱਤਿਆਂ ਵੀ ਸਾਨੂੰ ਉਹਦੇ ਸੁਪਨੇ ਆਉਂਦੇ ਨੇ। ਇਹ ਹੈ ਕਿਸੇ ਦੀ ਯਾਦ ਦਾ ਸਿਮਰਤੀ ਵਿੱਚ ਵਸ ਜਾਣਾ। ਸੋ ਗੁਰੂ ਮਹਾਰਾਜ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਉਸ ਪਰਮਾਤਮਾ ਦੀ ਯਾਦ ਨੂੰ ਆਪਣੀ ਸਿਮਰਤੀ ਵਿੱਚ ਵਸਾ ਲਵੋ, ਤੁਹਾਨੂੰ ਫਿਰ ਉਹ ਕਦੇ ਭੁੱਲੇ ਨਾ। ਇਹ ਰਹਾਉ ਵਾਲੀਆਂ ਪੰਕਤੀਆਂ ਵਿੱਚ ਸਾਨੂੰ ਗੁਰੂ ਜੀ ਨੇ ਸਮਝਾਇਆ ਕਿ ਤੁਹਾਡਾ ਜੀਵਨ ਵਿਅਰਥ ਜਾ ਰਿਹਾ ਹੈ, ਪਰਮਾਤਮਾ ਦੀ ਯਾਦ ਨੂੰ ਆਪਣੀ ਸਿਮਰਤੀ ਵਿੱਚ ਵਸਾਉਣ ਦੀ ਖੇਚਲ ਕਰੋ। ਅਗਲਾ ਬਚਨ ਹੈ ਉਹਨਾਂ ਦਾ, ਤਰਨਾਪੋ ਵਿਖਿਆਨ ਸਿਉ ਖੋਇਓ, ਬਾਲਪਨ ਅਗਿਆਨਾ, ਬਿਰਧ ਭਇਓ ਅਜਹੂ ਨਹੀਂ ਸਮਝੈ, ਕੌਣ ਕੁਮਤ ਉਰਝਾਨਾ। ਸਤਿਗੁਰੂ ਜੀ ਆਖਦੇ ਨੇ, ਤਰਨਾਪੋ ਦਾ ਮਤਲਬ ਹੁੰਦਾ ਜਵਾਨੀ ਅਵਸਥਾ। ਜਵਾਨੀ ਅਵਸਥਾ ਵਿਖਿਆਨ ਸਿਉ ਖੋਇਓ, ਆਪਣੀ ਜਵਾਨੀ ਤੋਂ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਗਵਾ ਲਈ। ਬਾਲਪਨ ਅਗਿਆਨਾ, ਅਤੇ ਬਚਪਨਾ ਤੇਰਾ ਅਗਿਆਨਤਾ ਵਿੱਚ ਬੀਤਿਆ। ਤਿੰਨ ਅਵਸਥਾ ਨੇ ਸਾਡੀਆਂ, ਜਿਵੇਂ ਬਾਲ, ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਨ। ਇਹ ਸਾਡੀਆਂ ਤਿੰਨ ਅਵਸਥਾਵਾਂ ਨੇ। ਬਾਲਪਨ ਸਾਡਾ ਅਗਿਆਨਤਾ ਵਿੱਚ ਲੰਘ ਜਾਂਦਾ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਸੰਸਾਰ ਵਿੱਚ ਕਿਉਂ ਆਏ ਹਾਂ, ਸਾਡੇ ਜੀਵਨ ਦਾ ਮਕਸਦ ਕੀ ਹੈ, ਅਸੀਂ ਕਰਨਾ ਕੀ ਹੈ। ਇਹ ਸਭ ਕੁਝ ਸਾਡੀ ਯਾਦ ਵਿੱਚ ਹੀ ਨਹੀਂ ਹੁੰਦਾ। ਅਸੀਂ ਖੇਡਣ ਵਿੱਚ, ਖਾਣ ਪੀਣ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਾਂ। ਜਵਾਨੀ ਅਵਸਥਾ ਆਉਂਦੀ ਏ, ਉਦੋਂ ਤੇ ਸਾਨੂੰ ਕੋਈ ਆਖੀ ਵੀ ਜਾਏ ਕਿ ਤੇਰੇ ਜੀਵਨ ਦਾ ਮਕਸਦ ਪਰਮਾਤਮਾ ਦੀ ਭਗਤੀ ਏ, ਸਾਨੂੰ ਉਹਦੀ ਗੱਲ ਸੁਣਾਈ ਹੀ ਨਹੀਂ ਦਿੰਦੀ, ਕਿਉਂਕਿ ਉਦੋਂ ਸਾਡੇ ਮਨ ਉੱਤੇ ਵਿਸ਼ਿਆਂ ਵਿਕਾਰਾਂ ਦਾ ਬਹੁਤ ਜ਼ਿਆਦਾ ਗਲਬਾ ਪਿਆ ਹੁੰਦਾ ਹੈ। ਵਿਸ਼ੇ ਵਿਕਾਰ ਸਾਨੂੰ ਰਾਤ ਦਿਨ ਆਪਣੇ ਵੱਲ ਖਿੱਚਦੇ ਨੇ, ਜਿਹਦੇ ਕਰਕੇ ਅਸੀਂ ਆਪਣੀ ਇਹ ਜਿਹੜਾ ਪੀਕ ਸਮਾਂ ਸਾਡੀ ਜ਼ਿੰਦਗੀ ਦਾ, ਜਵਾਨੀ ਉਮਰ ਜਿਹੜੀ ਏ, ਉਸ ਨੂੰ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਗਵਾ ਦਿੰਦੇ ਹਾਂ। ਤੀਜੀ ਅਵਸਥਾ ਹੈ ਬਿਰਧ ਭਇਓ ਅਜਹੂ ਨਹੀਂ ਸਮਝੈ। ਬਿਰਧ ਅਵਸਥਾ ਆ ਜਾਂਦੀ ਏ,
ਫਿਰ ਤੁਸੀਂ ਜਿੰਨਾ ਮਰਜ਼ੀ ਇਹਨੂੰ ਸਮਝਾਓ, ਫਿਰ ਇਹ ਕਦੇ ਸਮਝਣ ਵਾਲੇ ਰਸਤੇ ਹੀ ਨਹੀਂ ਆਉਂਦਾ, ਕਿਉਂਕਿ ਇਹ ਸਮਝਦਾ ਹੈ ਕਿ ਮੈਨੂੰ ਸਾਰਾ ਪਤਾ ਹੈ। ਕੋਈ ਮੈਨੂੰ ਚਿੱਟੇ ਕਿਤੇ ਧੁੱਪ ਵਿੱਚ ਹੀ ਨਹੀਂ ਆ ਗਏ, ਮੈਂ ਸਾਰੀ ਜ਼ਿੰਦਗੀ ਹੰਢਾਈ ਏ। ਫਿਰ ਇਹੋ ਜਿਹੀਆਂ ਤਰਕਾਂ ਇਹ ਦਿੰਦਾ ਮਨੁੱਖ, ਜਦੋਂ ਕਿ ਅਗਿਆਨਤਾ ਵਿੱਚ ਜੀਵਨ ਗੁਜ਼ਾਰ ਰਿਹਾ ਹੁੰਦਾ ਹੈ। ਬਿਰਧ ਭਇਓ ਅਜਹੁ ਨਹੀਂ ਸਮਝੈ, ਜਿੰਨਾ ਮਰਜ਼ੀ ਅਖੀਰਲੇ ਵਕਤ ਇਹਨੂੰ ਸਮਝਾਓ ਇਹ ਸਮਝਦਾ ਨਹੀਂ। ਸਿਆਣੇ ਲੋਕ ਕਹਿੰਦੇ ਨੇ ਕਿ ਜਦੋਂ ਦਰਖਤ ਅਜੇ ਛੋਟਾ ਹੋਵੇ, ਉਹਨੂੰ ਤੁਸੀਂ ਕਿਸੇ ਪਾਸੇ ਨੂੰ ਮੋੜ ਸਕਦੇ ਹੋ, ਕਿਸੇ ਪਾਸੇ ਨੂੰ ਦਾ ਝੁਕਾਅ ਕਰ ਸਕਦੇ ਹੋ, ਆਸਾਨੀ ਨਾਲ ਹੋ ਸਕਦਾ ਹੈ। ਪਰ ਜਦੋਂ ਦਰਖਤ ਪੱਕ ਜਾਏ, ਵੱਡਾ ਹੋ ਜਾਏ, ਫਿਰ ਉਸ ਨੂੰ ਕਿਸੇ ਪਾਸੇ ਝੁਕਾਉਣਾ ਜਾਂ ਆਪਣੀ ਮਰਜ਼ੀ ਨਾਲ ਉਹਦੇ ਵਿੱਚ ਕੋਈ ਮੋੜ ਦੇਣਾ, ਉਹ ਅਤੀ ਮੁਸ਼ਕਿਲ ਹੋ ਜਾਂਦਾ ਹੈ। ਇਹੋ ਹੀ ਹਾਲਤ ਇਸ ਮਨੁੱਖ ਦੀ ਹੁੰਦੀ ਏ। ਜਦੋਂ ਇਹ ਬਿਰਧ ਅਵਸਥਾ ਵਿੱਚ, ਇਹ ਪੱਕੀ ਉਮਰ ਵਿੱਚ ਚਲਾ ਜਾਂਦਾ ਹੈ, ਉਦੋਂ ਇਸ ਨੂੰ ਪਰਮਾਤਮਾ ਵਾਲੇ ਪਾਸੇ ਦੀ ਪ੍ਰੇਰਨਾ ਦੇਣਾ, ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਆਪਣਾ ਸਮਾਂ ਗਵਾਉਣ ਵਾਲੀ ਗੱਲ ਹੁੰਦੀ ਹੈ। ਉਦੋਂ ਬੰਦਾ ਸਮਝਦਾ ਨਹੀਂ ਹੁੰਦਾ। ਮੈਨੂੰ ਇੱਕ ਸਿਆਣੇ ਸੱਜਣ ਮਿਲੇ ਸਨ, ਉਹਨਾਂ ਨੇ ਮੈਨੂੰ ਇੱਕ ਗੱਲ ਆਖੀ ਸੀ, ਪਰ ਮੈਂ ਉਹ 'ਤੇ ਅਮਲ ਤਾਂ ਨਹੀਂ ਕੀਤਾ। ਉਹ ਕਹਿੰਦੇ ਸਨ, ਜਿਹੜਾ ਤੁਸੀਂ 50 ਕੁ ਸਾਲਾਂ ਤੋਂ ਵੱਡਿਆਂ ਲੋਕਾਂ ਨਾਲ ਸਮਾਂ ਲਾਉਂਦੇ ਹੋ ਆਪਣਾ, ਵੀ ਸਿਮਰਨ ਕਰੋ, ਆਓ ਬਾਣੀ ਪੜ੍ਹੋ, ਅਸੀਂ ਤੁਹਾਨੂੰ ਬਾਣੀ ਸਿਖਾਈਏ, ਉਹ ਕਹਿੰਦੇ ਸੀ ਇਹ ਤਕਰੀਬਨ 90% ਸਮਾਂ ਵਿਅਰਥ ਤੁਹਾਡਾ ਵੀ ਜਾਂਦਾ ਅਤੇ ਉਹਨਾਂ ਦਾ ਵੀ, ਕਿਉਂਕਿ ਉਹਨਾਂ ਨੇ ਹੁਣ ਹੂੰ ਹਾਂ ਕਰੀ ਜਾਣਾ ਹੈ, ਲੇਕਿਨ ਉਹਨਾਂ ਤੁਹਾਡੀ ਹੁਣ ਗੱਲ ਮੰਨਣੀ ਨਹੀਂ। ਔਰ ਉਹ ਗੱਲ ਕਿਸੇ ਹੱਦ ਤੱਕ ਮੈਨੂੰ ਠੀਕ ਪਾਸਦੀ ਏ। ਛੋਟੀ ਉਮਰ ਵਿੱਚ ਜੇ ਬੱਚੇ ਨੂੰ ਅਸੀਂ ਜਿਹੜੇ ਪਾਸੇ ਨੂੰ ਮੋੜੀਏ, ਜਿਸ ਪਾਸੇ ਨੂੰ ਲਾਈਏ, ਅਸੀਂ ਆਸ ਰੱਖ ਸਕਦੇ ਹਾਂ ਕਿ ਉਹ ਮੁੜ ਪਏਗਾ, ਸਾਡੇ ਆਖੇ ਲੱਗੇਗਾ। ਪਰ ਜਦੋਂ ਸਾਡੀ ਉਮਰ ਵਿੱਚ ਚਲਾ ਜਾਂਦਾ, ਉਦੋਂ ਉਹ ਮੁੜ ਪਏਗਾ, ਇਹ ਕਾਫੀ ਮੁਸ਼ਕਿਲ ਮਸਲਾ ਏ। ਪਰ ਜ਼ਰੂਰੀ ਨਹੀਂ ਕਿ ਸਾਰੇ ਨਹੀਂ ਮੁੜਦੇ, ਵਿਰਲੇ ਵਿਰਲੇ ਲੋਕ ਮੁੜ ਵੀ ਪੈਂਦੇ ਨੇ, ਪਰ ਬਹੁ ਗਿਣਤੀ ਲੋਕ ਬਿਰਧ ਅਵਸਥਾ ਵਿੱਚ ਨਹੀਂ ਸਮਝਦੇ। ਗੁਰੂ ਜੀ ਆਖਦੇ, ਕੌਣ ਕੁਮਾਤੁ ਰੁਝਾਨਾ, ਭਲਿਆ ਤੂੰ ਕਿਹੜੀ ਮਾੜੀ ਮੱਤ ਵਿੱਚ ਉਲਝ ਗਿਆ ਹੈ। ਹੁਣ ਬਿਰਧ ਅਵਸਥਾ ਵਿੱਚ ਇਹ ਬੰਦਾ ਕਰਦਾ ਕੀ ਹੈ? ਜੋ ਸਾਰੀ ਜ਼ਿੰਦਗੀ ਇਹਨੇ ਆਪਣੀ ਸਿਮਰਤੀ ਵਿੱਚ ਵਸਾਇਆ, ਉਹੋ ਹੀ ਚੀਜ਼ਾਂ ਮੁੜ ਮੁੜ ਕੇ ਇਹਨੂੰ ਯਾਦ ਆਉਂਦੀਆਂ ਨੇ। ਇੰਨੀ ਮਾਇਆ ਉਹਦੇ ਤੋਂ ਲੈਣੀ ਹੈ, ਇੰਨੇ ਪੈਸੇ ਉਹਨੂੰ ਦੇਣੇ ਨੇ, ਇੰਨਾ ਬੈਂਕ ਬੈਲੈਂਸ ਹੈ, ਉਹਨੇ ਮੈਨੂੰ ਆਹ ਆਖਿਆ ਸੀ, ਉਹਨੇ ਮੇਰਾ ਉਹ ਨੁਕਸਾਨ ਕੀਤਾ ਸੀ। ਬਸ ਮੁੜ ਮੁੜ ਕੇ ਉਹੋ ਹੀ ਗੱਲਾਂ ਯਾਦ ਆਈ ਜਾਂਦੀਆਂ ਨੇ। ਤੁਸੀਂ ਵਾਹਿਗੁਰੂ ਆਖਣ ਦੀ ਕੋਸ਼ਿਸ਼ ਵੀ ਕਰੋ ਤਾਂ ਵੀ ਨਹੀਂ ਆਖਿਆ ਜਾਂਦਾ। ਇਸ ਲਈ ਗੁਰੂ ਸਾਹਿਬ ਸਾਨੂੰ ਇੱਕ ਹਲੂਣਾ ਦਿੰਦੇ ਨੇ ਕਿ ਭਈ ਬਚਪਨਾ ਤੇ ਤੁਹਾਡਾ ਗਿਆਨਤਾ ਵਿੱਚ ਬੀਤ ਹੀ ਗਿਆ, ਉਹਨੂੰ ਤੇ ਹੁਣ ਉਹਦਾ ਪਛਤਾਵਾ ਕੀ ਕਰਨਾ ਹੈ। ਆਹ ਜਿਹੜੀ ਜਵਾਨੀ ਅਵਸਥਾ ਹੈ, ਇਹਨੂੰ ਸੰਭਾਲੋ, ਕਿਉਂਕਿ ਇਸ ਅਵਸਥਾ ਵਿੱਚ ਤੁਸੀਂ ਜੋ ਵੀ ਕਰਨਾ ਚਾਹੋ ਆਸਾਨੀ ਨਾਲ ਕਰ ਸਕਦੇ ਹੋ। ਬਿਰਧ ਹੋ ਜਾਓਗੇ, ਗੱਲ ਬਣਨੀ ਨਹੀਂ। ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਸ਼ਲੋਕਾਂ ਵਿੱਚ ਇਹ ਬਚਨ ਆਖੇ ਨੇ, ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਤਰਨਾਪੋ ਮੈਨਾਂ ਜਵਾਨੀ ਐਵੇਂ ਹੀ ਚਲੀ ਗਈ, ਹੁਣ ਬੁਢਾਪੇ ਨੇ ਤੇਰੇ ਤਨ ਨੂੰ ਜਿੱਤ ਲਿਆ ਹੋਇਆ ਹੈ। ਪਰ ਜੇ ਤੂੰ ਅਜੇ ਵੀ ਕੋਸ਼ਿਸ਼ ਕਰੇ, ਐ ਮੇਰੇ ਮਨਾ, ਅਜੇ ਵੀ ਉਹਦੇ ਨਾਮ ਦਾ ਸਿਮਰਨ ਕਰੇ, ਤੇ ਤੂੰ ਕੁਝ ਨਾ ਕੁਝ ਬਚਾ ਸਕਦਾ ਹੈ। ਨਹੀਂ ਤੇ ਤੇਰੀ ਉਮਰ ਜਿਹੜੀ ਏ ਇਹ ਤੇਰੇ ਹੱਥੋਂ ਨਿਕਲ ਜਾਏਗੀ, ਇਹ ਬੀਤ ਜਾਏਗੀ। ਅਗਲਾ ਬਚਨ ਗੁਰੂ ਜੀ ਨੇ ਆਖਿਆ, ਮਾਨਸ ਜਨਮ ਦਿਓ ਜਿਹ ਠਾਕੁਰ, ਸੋ ਤੈ ਕਿਉਂ ਬਿਸਰਾਇਓ, ਮੁਕਤ ਹੋਤ ਨਰ ਜਾਕੈ ਸਿਮਰੈ, ਨਿਮਖ ਨ ਤਾਕੋ ਗਾਇਓ। ਮਾਨਸ ਜਨਮ ਦਿਓ ਜਿਹ ਠਾਕੁਰ, ਜਿਸ ਮਾਲਕ ਨੇ ਤੈਨੂੰ ਇਹ ਮਨੁੱਖਾ ਜੀਵਨ ਦਿੱਤਾ ਹੈ, ਸੋ ਉਹ ਮਾਲਕ ਤੈਂ ਕਿਉਂ ਬਿਸਰਾਇਓ, ਉਸ ਨੂੰ ਕਿਉਂ ਵਿਸਾਰਿਆ ਤੂੰ ਹੁਣ। ਮੁਕਤ ਹੋਤ ਨਰ ਜਾ ਕੇ ਸਿਮਰੈ। ਹੁਣ ਗੁਰਮਤ ਦਾ ਇੱਕ ਨਿਯਮ ਹੈ ਜੀ ਕਿ ਮੁਕਤੀ ਤੁਹਾਨੂੰ ਹੋਰ ਕਿਸੇ ਢੰਗ ਨਾਲ ਨਹੀਂ ਮਿਲ ਸਕਦੀ।
ਅਸੀਂ ਜਿੰਨੇ ਧਾਰਮਿਕ ਕਰਮ ਕਰਦੇ ਹਾਂ ਇਹ ਸਾਰੇ ਮਾਇਆ ਦੇ 3 ਗੁਣਾਂ ਵਿੱਚ ਹੁੰਦੇ ਨੇ, ਤੇ ਮਾਇਆ ਦੇ 3 ਗੁਣਾਂ ਵਿੱਚ ਮੁਕਤੀ ਵਾਲੀ ਹਾਲਤ ਨਹੀਂ ਹੁੰਦੀ। ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਮਾਇਆ ਦੇ ਵਿੱਚ ਉਲਝੇ ਰਹਿੰਦੇ ਹਾਂ। ਜਿਹੜੀ ਗੁਰਮਤਿ ਦੀ ਮੁਕਤੀ ਉਹਦਾ ਵੀ ਸਾਨੂੰ ਥੋੜ੍ਹੀ ਜਿਹੀ ਸਮਝ ਹੋਣੀ ਚਾਹੀਦੀ ਏ। ਗੁਰਮਤਿ ਦੀ ਮੁਕਤੀ ਮਰਨ ਤੋਂ ਬਾਅਦ ਵਾਲੀ ਮੁਕਤੀ ਨਹੀਂ ਹੁੰਦੀ। ਗੁਰਮਤਿ ਦੀ ਮੁਕਤੀ ਹੁੰਦੀ ਏ ਜਿਉਂਦੇ ਜੀ ਮੁਕਤ ਹੋਣਾ। ਮੁਕਤ ਕਿਹਦੇ ਤੋਂ ਹੋਣਾ? ਵਿਕਾਰਾਂ ਤੋਂ। ਮੁਕਤ ਕਿਹਦੇ ਤੋਂ ਹੋਣਾ? ਮਾੜਿਆਂ ਕਰਮਾਂ ਤੋਂ। ਮੁਕਤ ਕਿਹਦੇ ਤੋਂ ਹੋਣਾ? ਮਾੜੀ ਸੋਚ ਤੋਂ। ਇਹਨਾਂ ਚੀਜ਼ਾਂ ਤੋਂ ਜਿਹੜਾ ਮਨੁੱਖ ਮੁਕਤ ਹੋ ਗਿਆ, ਜਿਉਂਦੇ ਜੀ ਗੁਰਮਤਿ ਮੰਨਦੀ ਹੈ ਕਿ ਉਹ ਮਰਨ ਤੋਂ ਬਾਅਦ ਵੀ ਮੁਕਤ ਹੋਏਗਾ। ਪਰ ਜਿਹੜਾ ਮਨੁੱਖ ਜਿਉਂਦੇ ਜੀ ਇਹਨਾਂ ਕਰਮਾਂ ਧਰਮਾਂ ਤੋਂ, ਕਰਮ ਕਾਂਡਾਂ ਤੋਂ ਮੁਕਤ ਨਾ ਹੋ ਸਕਿਆ, ਮਰਨ ਤੋਂ ਬਾਅਦ ਅਖੰਡ ਪਾਠ ਕਰਾਈ ਜਾਇਆ ਜੇ, ਅਰਦਾਸਾਂ ਕਰਾਈ ਜਾਇਆ ਜੇ, ਜੋ ਮਰਜ਼ੀ ਕਰੀ ਜਾਇਆ ਜੇ, ਗੁਰਮਤਿ ਦਾ ਮੰਨਣਾ ਹੈ ਕਿ ਉਹਦਾ ਕੋਈ ਇੱਕ ਨਵੇਂ ਪੈਸੇ ਦਾ ਲਾਭ ਨਹੀਂ ਹੁੰਦਾ। ਇਹ ਗੁਰਮਤਿ ਕਹਿੰਦੀ ਏ। ਹਾਂ, ਜਿਹੜੇ ਜੀ ਜਿਉਂਦੇ ਨੇ, ਜਿਹੜੇ ਬੈਠੇ ਨੇ, ਜਿਹੜੇ ਸੁਣਦੇ ਨੇ, ਉਹਨਾਂ ਨੂੰ ਕੋਈ ਲਾਭ ਪਹੁੰਚ ਸਕਦਾ ਹੈ। ਲੇਕਿਨ ਜਿਹੜਾ ਪ੍ਰਾਣੀ ਚਲਾ ਗਿਆ ਹੈ, ਜੇ ਤੁਸੀਂ ਆਖੋ ਕਿ ਉਹਨੂੰ ਅਰਦਾਸ ਕਰਕੇ ਪਿੱਛੋਂ ਉਹਦੇ ਲਈ ਕੁਝ ਭੇਜੀਏ, ਉਹ ਗੱਲ ਗੁਰਮਤਿ ਨਹੀਂ ਮੰਨਦੀ। ਗੁਰਮਤਿ ਕਹਿੰਦੀ ਐ ਕਰ ਕਰੇ ਸੋ ਇਹ ਕਰ ਪਾਏ। ਜੇ ਤੁਸੀਂ ਇਸ ਹੱਥ ਨਾਲ ਕੀਤਾ, ਤੁਹਾਨੂੰ ਇਸ ਹੱਥ ਨੂੰ ਹੀ ਉਹਦਾ ਫਲ ਮਿਲੇਗਾ। ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਚੰਗਾ ਕੁਝ ਨਹੀਂ ਕੀਤਾ ਤੇ ਮਰਨ ਤੋਂ ਬਾਅਦ ਕਿਸੇ ਗ੍ਰੰਥੀ ਸਿੰਘ ਦੇ ਅਰਦਾਸ ਕਰਨ ਨਾਲ ਕੁਝ ਨਹੀਂ ਹੋਣ ਵਾਲਾ, ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ ਨੇ। ਇਹ ਗੁਰਮਤਿ ਦੇ ਅਸੂਲ ਨੇ ਕੁਝ, ਜਿਨ੍ਹਾਂ ਨੂੰ ਅਸੀਂ ਸੱਚਮੁੱਚ ਹੀ ਨਾ ਸਾਨੂੰ ਸੁਣਾਉਣ ਵਾਲਿਆਂ ਨੇ ਸਮਝਾਈ ਗੱਲ, ਤੇ ਨਾ ਹੀ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ। ਆਪਾਂ ਬੜੇ ਸਹਿਜ ਪਾਠ ਕੀਤੇ ਨੇ, ਬੜੇ ਆਪਾਂ ਅਖੰਡ ਪਾਠ ਕਰਵਾ ਲਏ ਨੇ, ਪਰ ਵਿੱਚੋਂ ਸਮਝਿਆ ਕੀ ਇਹ ਵੇਖਣ ਵਾਲੀ ਗੱਲ ਸਿਰਫ ਇੰਨੀ ਕੀ ਏ। ਜੇ ਤੇ ਕੋਈ ਸਮਝ ਆ ਗਈ ਏ, ਪੱਲੇ ਕੋਈ ਗੱਲ ਪੈ ਗਈ ਏ, ਤੇ ਕਰਮ ਕਾਂਡਾਂ ਦਾ ਤਿਆਗ ਕਰੋ, ਸਿੱਧੀ ਸਿੱਧੀ ਰੱਬ ਦੀ ਭਗਤੀ ਕਰੋ, ਚੰਗੇ ਕਰਮ ਕਮਾਓ, ਧਰਮ ਦੀ ਕਿਰਤ ਕਰੋ, ਮਾੜੀਆਂ ਵਿਚਾਰਾਂ ਦਾ ਤਿਆਗ ਕਰੋ। ਗੁਰਮਤਿ ਦੀ ਇਹੋ ਹੀ ਮੁਕਤੀ ਏ। ਗੁਰੂ ਸਾਹਿਬ ਆਖਦੇ ਨੇ, ਮੁਕਤ ਹੋਤ ਨਰ ਜਾ ਕੇ ਸਿਮਰੈ। ਜਿਸ ਪਰਮਾਤਮਾ ਦਾ ਸਿਮਰਨ ਕਰਨ ਨਾਲ ਇਸ ਮਨੁੱਖ ਨੇ ਵਿਕਾਰਾਂ ਤੋਂ ਮੁਕਤ ਹੋ ਜਾਣਾ ਸੀ, ਨਿਮਖ ਨਾ ਤਾਕੋ ਗਾਇਓ, ਇਹਨੇ ਉਹ ਤਾਂ ਕੰਮ ਕੀਤਾ ਹੀ ਨਾ। ਇੱਕ ਨਿਮਖ ਭਰ ਜਿੰਨਾ ਸਮਾਂ ਵੀ ਇਸ ਵਿਅਕਤੀ ਨੇ ਉਸ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਉਹਦੇ ਨਾਮ ਦਾ ਸਿਮਰਨ ਨਹੀਂ ਕੀਤਾ, ਤੇ ਫਿਰ ਜੇ ਆਖੇ ਹੁਣ ਮੈਂ ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲੇਗੀ, ਗੁਰੂ ਸਾਹਿਬ ਤੇ ਐਸਾ ਕਹਿੰਦੇ ਨੇ ਕਿ ਐਸਾ ਕੁਝ ਨਹੀਂ ਹੋਣ ਵਾਲਾ। ਅਖੀਰਲਾ ਬਚਨ ਹੈ ਸਤਿਗੁਰੂ ਜੀ ਦਾ, ਮਾਇਆ ਕੋ ਮਦ ਕਹਾ ਕਰਤ ਹੈ, ਸੰਗ ਨ ਕਾਹੂ ਜਾਈ। ਇਹ ਜਿਹੜਾ ਮਦ ਸ਼ਬਦ ਇਹਦੇ 2-3 ਅਰਥ ਹੁੰਦੇ ਨੇ। ਇੱਕ ਤੇ ਇਹਦਾ ਅਰਥ ਹੁੰਦਾ ਨਸ਼ਾ, ਇੱਕ ਮਦ ਦਾ ਅਰਥ ਹੁੰਦਾ ਅਹੰਕਾਰ। ਮਾਇਆ ਕੋ ਮਦ ਕਹਾਂ ਕਰਤ ਹੈ, ਇਹ ਗੁਰਮੁਖਾ ਮਾਇਆ ਦਾ ਅਹੰਕਾਰ ਕਿਉਂ ਕਰਦਾ ਹੈ। ਸੰਗ ਨਾ ਕਾਹੂ ਜਾਈ, ਇਹਦੇ ਵਿੱਚੋਂ ਅੱਜ ਤੱਕ ਕਿਸੇ ਦੇ ਨਾਲ ਕੁਝ ਵੀ ਕਦੀ ਨਹੀਂ ਗਿਆ। ਜਿੰਨੇ ਲੋਕ ਗਏ ਨੇ ਸੰਸਾਰ ਵਿੱਚੋਂ, ਅਸੀਂ ਕਹਿ ਦਿੰਦੇ ਹਾਂ ਖਾਲੀ ਹੱਥ ਗਏ ਨੇ, ਪਰ ਮੈਨੂੰ ਤੇ ਲੱਗਦਾ ਹੱਥ ਵੀ ਨਾਲ ਨਹੀਂ ਗਏ, ਹੱਥ ਵੀ ਇੱਥੇ ਹੀ ਰਹਿ ਗਏ ਨੇ। ਇਹ ਸਰੀਰ ਹੀ ਨਾਲ ਨਹੀਂ ਗਿਆ, ਖਾਲੀ ਹੱਥ ਕਿੰਨੇ ਜਾਣਾ ਸੀ। ਇਹ ਮਨੁੱਖ ਕੁਝ ਵੀ ਇੱਥੋਂ ਨਾ ਲੈ ਕੇ ਗਿਆ। ਇੱਥੋਂ ਨਾਲ ਜਾਣਾ ਕੀ ਏ? ਸਾਡੇ ਨਾਲ ਜਾਂਦੇ ਨੇ ਸਾਡੇ ਕੀਤੇ ਹੋਏ ਕਰਮਾਂ ਦੇ ਸੰਸਕਾਰ। ਚੰਗੇ ਨੇ ਚੰਗੇ ਨਾਲ ਜਾਣਗੇ, ਮਾੜੇ ਨੇ ਮਾੜੇ ਚਲੇ ਜਾਣਗੇ। ਜੋ ਆਪਾਂ ਕੀਤਾ ਹੈ ਉਹ ਸਾਡੇ ਨਾਲ ਜਾਏਗਾ, ਹਰ ਹਾਲਤ ਵਿੱਚ ਜਾਏਗਾ। ਇਹ ਸਰੀਰ, ਇਹ ਹੱਥ, ਇਹ ਪੈਰ, ਇਹ ਨੈਣ ਨਕਸ਼ੇ ਨਹੀਂ ਜਾਣਗੇ। ਗੁਰੂ ਜੀ ਆਖਦੇ ਨੇ, ਸੰਗ ਨਾ ਕਾਹੂ ਜਾਈ। ਕਿਸੇ ਦੇ ਨਾਲ ਕੋਈ ਵੀ ਚੀਜ਼ ਕਦੀ ਵੀ ਨਹੀਂ ਗਈ। ਫਿਰ ਭਾਈ ਤੂੰ ਇਸ ਮਾਇਆ ਦਾ ਅਹੰਕਾਰ ਕਿਉਂ ਕਰਦਾ ਹੈ? ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਸ਼ਬਦ ਦੇ ਅਖੀਰ ਵਿੱਚ ਇਹ ਬਚਨ ਆਖਦੇ ਨੇ, ਚੇਤ ਚਿੰਤਾ ਮਨ।
ਚੇਤ ਤੋਂ ਭਾਵ ਏ ਆਪਣੇ ਚੇਤੇ ਵਿੱਚ ਵਸਾ। ਵੇਖੋ ਗੁਰੂ ਜੀ ਨਾ ਬਾਰ-ਬਾਰ ਸਾਨੂੰ ਜਪ ਕਰਨ ਲਈ ਆਖਦੇ ਨੇ, ਸਿਮਰਨ ਕਰਨ ਲਈ ਆਖਦੇ ਨੇ ਤੇ ਧਿਆਨ ਕਰਨ ਲਈ ਆਖਦੇ ਨੇ। ਤਿੰਨ ਬਚਨ ਬਾਰ-ਬਾਰ ਗੁਰਬਾਣੀ ਵਿੱਚ ਆਉਂਦੇ ਨੇ। ਜਪ ਬਿਲਕੁਲ ਪਹਿਲੀ ਅਵਸਥਾ ਹੈ। ਜਿਵੇਂ ਅਸੀਂ ਪਹਿਲੀ ਦੂਜੀ ਵਿੱਚ ਊੜਾ ਐੜੇ ਨੂੰ ਰੱਟਾ ਮਾਰਦੇ ਸਾਂ, ABC ਨੂੰ ਰੱਟਾ ਮਾਰਦੇ ਸਾਂ, ਪਹਾੜਿਆਂ ਨੂੰ ਰੱਟੇ ਮਾਰਦੇ ਸਾਂ। ਇਹ ਜਪ ਵਾਲੀ ਬਿਲਕੁਲ ਮੁੱਢਲੀ ਤੇ ਪਹਿਲੀ ਅਵਸਥਾ ਹੁੰਦੀ ਏ। ਦੂਜੀ ਅਵਸਥਾ ਹੁੰਦੀ ਏ ਚੇਤੇ ਵਾਲੀ। ਹੁਣ ਜਿਹੜੇ ਆਪਾਂ ਪਹਾੜਿਆਂ ਨੂੰ ਉਦੋਂ ਰੱਟੇ ਮਾਰੇ ਨੇ, ਉਹ ਆਪਣੇ ਚੇਤੇ ਵਿੱਚ ਹੁਣ ਵੀ ਨੇ। ਮੈਂ ਇੱਥੇ ਕਈ ਵਾਰੀ ਵੇਖਦਾ ਬੱਚੇ ਨਾ, ਜੇ ਉਹਨਾਂ ਨੂੰ ਆਖੀਏ ਵੀ ਇੰਨੇ ਟਾਈਮਸ ਇੰਨੇ ਕੀ ਹੁੰਦਾ ਹੈ, ਉਹ ਭੱਜ ਕੇ ਕੈਲਕੂਲੇਟ ਫੜਦੇ ਨੇ ਜਾਂ ਉਹ ਫੋਨ 'ਤੇ ਚਲੇ ਜਾਂਦੇ ਨੇ ਜਾਂ ਕੁਝ ਇਸ ਤਰ੍ਹਾਂ ਲੱਭ ਕੇ ਸਾਨੂੰ ਦੱਸਣਗੇ। ਪਰ ਸਾਨੂੰ ਵੀ ਤਾਂ ਹੀ ਪਹਾੜਿਆਂ ਦਾ ਐਸਾ ਰੱਟਾ ਵੱਜਾ ਹੋਇਆ ਹੈ, ਕਿਤੋਂ ਵੀ ਪੁੱਛ ਲਓ ਸਾਡੇ ਦਿਮਾਗ ਵਿੱਚ ਪਹਿਲਾਂ ਹੀ ਹੁੰਦਾ। ਸਾਨੂੰ ਕਿਸੇ ਕੈਲਕੂਲੇਟਰ ਦੀ ਲੋੜ ਨਹੀਂ ਹੁੰਦੀ। ਸੋ ਅਸੀਂ ਜਿਹੜੀ ਦੂਜੀ ਅਵਸਥਾ ਹੈ, ਉਹ ਅਵਸਥਾ ਹੈ ਚੇਤੇ ਵਾਲੀ। ਪਹਿਲੀ ਅਵਸਥਾ ਰੱਟੇ ਲਾਉਣੇ ਨੇ, ਜਪ ਕਰਨਾ, ਵਾਹਿਗੁਰੂ ਵਾਹਿਗੁਰੂ ਬੋਲਣਾ ਉੱਚੀ ਉੱਚੀ। ਦੂਜੀ ਅਵਸਥਾ ਹੈ ਕਿ ਉਸ ਉੱਚੀ ਉੱਚੀ ਬੋਲੇ ਹੋਏ ਦਾ ਜਿਹੜਾ ਰੱਟਾ ਲੱਗਣਾ ਹੈ, ਉਹਨੇ ਸਾਡੇ ਚੇਤੇ ਵਿੱਚ ਚਲੇ ਜਾਣਾ। ਜਦੋਂ ਚੇਤੇ ਵਿੱਚ ਚਲਾ ਜਾਂਦਾ ਫਿਰ ਉਹ ਕਦੇ ਵਿਸਰਦਾ ਨਹੀਂ। ਜਰਾ ਜਿੰਨਾ ਧਿਆਨ ਵਾਪਸ ਲਿਜਾਓ ਤੇ ਸਾਡਾ ਧਿਆਨ ਉਹਦੇ ਨਾਲ ਇੱਕਦਮ ਜੁੜ ਜਾਂਦਾ। ਗੁਰੂ ਜੀ ਆਖਦੇ ਨੇ ਚੇਤ ਚਿੰਤਾ ਮਨ। ਦੂਜੀ ਅਵਸਥਾ ਵਾਲੀ ਗੱਲ ਕਰਦੇ ਨੇ ਕਿ ਸਦਾ ਜਪ ਹੀ ਨਹੀਂ ਕਰਦੇ ਰਹਿਣਾ। ਹੁਣ ਅਗਲੀ ਅਵਸਥਾ ਵਿੱਚ ਚੱਲ, ਹੁਣ ਉਹਨੂੰ ਚੇਤੇ ਵਿੱਚ ਵਸਾ। ਵਸਾਉਣਾ ਕਿਹਨੂੰ? ਇਹ ਚੇਤੇ ਵਿੱਚ ਚਿੰਤਾ ਮਨ। ਚਿੰਤਾ ਮਨ ਦਾ ਅਰਥ ਹੁੰਦਾ ਹੈ ਜੀ ਜਿਹੜਾ ਸਾਡੀ ਚਿਤਵੀ ਹੋਈ ਚਿਤਵਣੀ ਨੂੰ ਇੱਕਦਮ ਪੂਰਿਆਂ ਕਰਨ ਦੀ ਤਾਕਤ ਰੱਖਦਾ ਹੈ। ਉਹ ਹੈ ਪ੍ਰਮਾਤਮਾ, ਕੋਈ ਹੋਰ ਨਹੀਂ। ਅਸੀਂ ਮਨ ਵਿੱਚ ਕੋਈ ਵੀ ਵਿਚਾਰ ਲਿਆਈਏ, ਕੋਈ ਵੀ ਫੁਰਨਾ ਲਿਆਈਏ, ਸਾਡਾ ਉਹ ਇੱਕਦਮ ਪੂਰਿਆਂ ਕਰ ਦਿੰਦਾ ਹੈ। ਪਰ ਕਦੋਂ ਕਰਦਾ ਹੈ? ਜਦੋਂ ਉਹ ਸਾਡੇ ਚਿੱਤ ਵਿੱਚ ਵਸ ਗਿਆ ਹੋਵੇ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਮੈਂ ਅਰਦਾਸ ਕਰਾਂ, ਤੁਸੀਂ ਕਰੋ, ਕੋਈ ਫਰਕ ਨਹੀਂ ਪੈਣ ਵਾਲਾ। ਪਰ ਜਿਹਦੇ ਚੇਤੇ ਵਿੱਚ ਉਹ ਵਸ ਗਿਆ ਹੋਵੇ, ਉਹ ਬੰਦਾ ਅਰਦਾਸ ਕਰ ਦੇਵੇ, ਉਹਦੇ ਮਨ 'ਚੋਂ ਕੋਈ ਫੁਰਨਾ ਉੱਠ ਪਵੇ, ਉਹਨੂੰ ਪੂਰਿਆਂ ਹੁੰਦਿਆਂ ਦੇਰੀ ਨਹੀਂ ਲੱਗਦੀ। ਸਤਿਗੁਰੂ ਆਖਦੇ ਨੇ ਭਾਈ ਉਸ ਚਿੰਤਾ ਮਨ, ਸਾਰੀਆਂ ਚਿਤਵਣੀਆਂ ਨੂੰ ਪੂਰਿਆਂ ਕਰਨ ਵਾਲੇ ਵਾਹਿਗੁਰੂ ਜੀ ਨੂੰ ਚੇਤੇ ਵਿੱਚ ਵਸਾ। ਹੋਏ ਹੈ ਅੰਤ ਸਹਾਈ, ਜਿਸ ਨੇ ਅਖੀਰ ਨੂੰ ਤੇਰੀ ਸਹਾਇਤਾ ਕਰਨੀ ਹੈ। ਜਿੰਨਾ ਚਿਰ ਭਾਈ ਸਾਹਿਬ ਆਉਂਦੇ ਨੇ, ਮੈਂ ਇੱਕ ਅਖੀਰਲਾ ਬਚਨ ਤੁਹਾਡੇ ਨਾਲ ਸਾਂਝਾ ਕਰ ਲੈਣਾ। ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਜਬ ਹੀ ਸ਼ਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਮਨੁੱਖ ਕਦੋਂ ਚਿੰਤਾ ਮਨ ਨੂੰ ਚਿਤਵਦਾ ਹੈ, ਕਦੋਂ ਉਹਨੂੰ ਆਪਣੇ ਚੇਤੇ ਵਿੱਚ ਵਸਾਉਂਦਾ ਹੈ? ਜਦੋਂ ਉਹ ਸਾਧ ਸੰਗਤ ਵਿੱਚ ਆਉਂਦਾ ਹੈ। ਜਿੰਨਾ ਚਿਰ ਆਪਾਂ ਸਾਧ ਸੰਗਤ ਵਿੱਚ ਨਹੀਂ ਆਉਂਦੇ, ਉਨਾ ਚਿਰ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ। ਜਿੰਨਾ ਚਿਰ ਸਾਧ ਸੰਗਤ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜਪ ਜਿਹੜਾ ਉਹ ਪਹਿਲੀ ਅਵਸਥਾ ਹੈ ਤੇ ਚੇਤਨਾ ਜਿਹੜਾ ਉਹ ਦੂਸਰੀ ਅਵਸਥਾ ਹੈ। ਚਿੱਤ ਵਿੱਚ ਵਸਾਉਣਾ ਦੂਸਰੀ ਅਵਸਥਾ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਸਾਧ ਸੰਗਤ ਵਿੱਚ ਆਇਆਂ ਹੀ ਸਮਝ ਪੈਂਦੀ ਹੈ। ਗੁਰੂ ਜੀ ਨੇ ਆਖਿਆ ਕਿ ਜੇ ਤੁਸੀਂ ਸਾਧ ਸੰਗਤ ਵਿੱਚ ਆਓ, ਤੁਹਾਡੀ ਮਨ ਮਤ, ਮਾੜੀ ਮਤ ਸਾਰੀ ਬਿਨਸ ਜਾਏਗੀ। ਜਦੋਂ ਇਹ ਮਾੜੀ ਮੱਤ ਚਲੀ ਗਈ, ਗੁਰੂ ਦੀ ਮੱਤ ਅੰਦਰ ਆ ਗਈ, ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਉਦੋਂ ਫਿਰ ਮਨੁੱਖ ਉਸ ਪਰਮ ਪਿਤਾ ਪਰਮਾਤਮਾ ਨੂੰ ਆਪਣੇ ਚੇਤੇ ਵਿੱਚ ਵਸਾ ਲੈਂਦਾ ਹੈ। ਤੇ ਜਦੋਂ ਮਨੁੱਖ ਉਸ ਮਾਲਕ ਨੂੰ ਆਪਣੇ ਚੇਤੇ ਵਿੱਚ ਵਸਾ ਲਵੇ, ਉਦੋਂ ਇਹ ਮੁਕਤੀ ਦੇ ਮੁਕਾਮ ਤੇ ਪੁੱਜ ਜਾਂਦਾ ਹੈ। ਮਰ ਕੇ ਨਹੀਂ, ਜਿਉਂਦੇ ਜੀ। ਕਾਟੀ ਜਮ ਕੀ ਫਾਸੀ, ਇਹਦੀ ਜਮਾਂ ਵਾਲੀ ਫਾਈ ਕੱਟੀ ਜਾਂਦੀ ਹੈ। ਜਮ ਕਿਹੜੇ ਨੇ? ਜਿਹੜੇ ਵਿਕਾਰ ਸਾਨੂੰ ਚੰਬੜੇ ਹੋਏ ਨੇ, ਉਹ ਹੀ ਜਮ ਨੇ। ਉਹ ਹੀ ਸਾਨੂੰ ਕੁਰਾਏ ਪਾਉਂਦੇ ਨੇ, ਉਹ ਹੀ ਸਾਨੂੰ ਮਾੜੇ ਪਾਸੇ ਤੋਰਦੇ ਨੇ। ਅਸੀਂ ਉਹਨਾਂ ਦੇ ਪ੍ਰਭਾਵ ਹੇਠਾਂ ਆ ਕੇ ਹੀ ਮਾੜੇ ਕਰਮ ਕਰਦੇ ਹਾਂ ਜਾਂ ਕੁਕਰਮ ਕਰਦੇ ਹਾਂ। ਪਰ ਜਦੋਂ ਹੀ ਮਨੁੱਖ ਸਾਧੂ ਸੰਗਤ ਵਿੱਚ ਆਉਂਦਾ ਹੈ, ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਇਹਦੀ ਮਾੜੀ ਮੱਤ ਬਿਨਸ ਜਾਂਦੀ ਹੈ ਤੇ ਇਹਦੇ ਚੇਤੇ ਵਿੱਚ
ਪਰਮ ਪਿਤਾ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਜਿਵੇਂ ਹੀ ਮਾਲਕ ਦਾ ਨਿਵਾਸ ਹੁੰਦਾ ਹੈ ਸਾਡੇ ਚੇਤੇ ਵਿੱਚ, ਤਿਵੇਂ ਹੀ ਅਸੀਂ ਵਿਕਾਰਾਂ ਤੋਂ ਬਚ ਨਿਕਲਦੇ ਹਾਂ। ਸੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ, ਪ੍ਰਾਨੀ ਨਾਰਾਇਣ ਸੁਧ ਲੇਹ। ਪਰਮਾਤਮਾ ਨੂੰ ਚੇਤੇ ਕਰਿਆ ਕਰ, ਛਿਨ ਛਿਨ ਔਧ ਘਟੈ ਨਿਸ ਬਾਸੁਰ, ਬਿਰਥਾ ਜਾਤ ਹੈ ਦੇ। ਤੇਰਾ ਇਹ ਮਨੁੱਖਾ ਜੀਵਨ ਵਿਅਰਥ ਜਾ ਰਿਹਾ ਹੈ, ਭਾਈ ਪਰਮਾਤਮਾ ਦੀ ਭਗਤੀ ਕਰਿਆ ਕਰ। ਸੋ ਇੰਨੇ ਕੁ ਸ਼ਬਦ ਆਪ ਜੀ ਨੇ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨਾ। ਤੁਸੀਂ ਬੜੇ ਪਿਆਰ ਨਾਲ ਅੱਜ ਦੀ ਵਿਚਾਰ ਨੂੰ ਸੁਣਿਆ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।